ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ। ਸੋ ਸਾਡੇ ਅੱਜ ਦੇ ਸਪੈਸ਼ਲ ਗੈਸਟ ਨੇ ਫੇਮਸ ਐਕਟਰੈਸ ਤਾਨਿਆ ਜੀ, ਜੋ ਸੁਫਨਾ ਮੂਵੀ ਤੋਂ ਬਾਅਦ ਕਾਫੀਆਂ ਦਾ ਸੁਫਨਾ ਬਣ ਗਈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਵੰਡਰਫੁਲ ਹੈਵਿੰਗ ਯੂ ਹੇਅਰ। ਥੈਂਕ ਯੂ। ਸੋ GNDU ਯੂਨੀਵਰਸਿਟੀ ਜੀ DAV ਕਾਲਜ ਫॉर ਵੂਮਨ, ਉੱਥੋਂ ਤੁਸੀਂ ਬੈਸਟ ਐਕਟਰੈਸ ਆਫ ਦਾ ਈਅਰ ਅਵਾਰਡ ਕੰਸੈਕਟਿਵ ਈਅਰਸ ਜਿੱਤਿਆ। ਮੈਂ ਤੁਹਾਡੇ ਬਾਰੇ ਪੜ੍ਹਿਆ। ਸੋ ਕਰੀਅਰ ਦੀ ਸ਼ੁਰੂਆਤ ਉੱਥੋਂ ਹੋਈ? ਐਕਟਿੰਗ ਦੀ ਸ਼ੁਰੂਆਤ ਉੱਥੋਂ ਹੋਈ ਜੀ। ਮੈਂ ਕਲਾਸੀਕਲ ਡਾਂਸ ਕਰਦੀ ਸੀ, ਸੋ ਮੈਂ ਉਹਦੇ 'ਤੇ ਯੂਥ ਲੈਵਲ ਫੈਸਟੀਵਲਸ ਸਾਰੇ ਪਰਫੋਰਮ ਕਰਦੀ ਸੀ ਐਂਡ ਮੈਂ +2 ਤੋਂ ਬਾਅਦ ਕਲਾਸੀਕਲ ਡਾਂਸ 'ਚ ਹੀ ਐਡਮਿਸ਼ਨ ਲੈਣ ਗਈ ਸੀ ਜੀ। ਬਟ ਇਟਸ ਅ ਨੇਚਰਸ ਕਾਲ ਆਈ ਵੁੱਡ ਸੇ ਦੈਟ ਮੈਨੂੰ ਐਡਮਿਸ਼ਨ ਮਿਲੀ ਕੋ ਕਰਿਕੂਲਰ ਦੀ ਥੀਏਟਰ ਡਿਪਾਰਟਮੈਂਟ 'ਚ, ਬਿਕਾਜ਼ ਕਲਾਸੀਕਲ ਆਲਰੇਡੀ ਕੋਈ ਸੈਕਿੰਡ ਈਅਰ ਦੀ ਕੁੜੀ ਕਰ ਰਹੀ ਸੀ ਜੀ ਸਿੰਸ 2 years। ਸੋ ਮੈਂ ਥੀਏਟਰ ਨਹੀਂ ਕਰਨਾ ਚਾਹੁੰਦੀ ਸੀ ਬਿਕਾਜ਼ ਕਿੱਥੇ ਮੈਂ ਇੱਕ ਸਿੰਗਲ ਸੋਲੋ ਪਰਫੋਰਮੈਂਸ ਕਰ ਰਹੀ ਹਾਂ, ਕਿੱਥੇ ਦੈਟਸ ਅ ਟੀਮ ਵਰਕ, ਸੋ ਆਈ ਵਾਜ਼ ਨੋਟ ਯੂਜ਼ਡ ਟੂ ਆਫ ਦੈਟ। ਬਟ ਨੈਚੁਰਲੀ ਉਹ ਥੀਏਟਰ ਹੋਇਆ। ਮੈਂ ਥੀਏਟਰ ਪਰਫੋਰਮ ਕਰਦੇ ਕਰਦੇ ਐਕਟਿੰਗ 'ਚ ਮੈਨੂੰ ਇੰਟਰਸਟ ਹੋਣਾ ਸਟਾਰਟ ਹੋ ਗਿਆ। ਐਕਟਰੈਸ ਸ਼ੁਰੂ ਤੋਂ ਬਣਨਾ ਚਾਹੁੰਦੀ ਸੀ ਬਟ ਐਕਟਿੰਗ ਵੀ ਕਰਨੀ ਪੈਂਦੀ ਐਂਡ ਇਟਸ ਸੱਚ ਅ ਬਿਗ ਵਾਸਟ ਫੀਲਡ। ਉਹ ਥੀਏਟਰ 'ਚ ਜਾ ਕੇ ਪਤਾ ਲੱਗਾ। ਸੋ 4 years ਕੰਟੀਨਿਊਸਲੀ ਫਿਰ ਮੈਂ ਥੀਏਟਰਸ ਕੀਤਾ ਐਂਡ ਦੈਟ ਇਜ਼ ਹਾਊ ਆਈ ਟਰਾਈਡ ਗਿਵ auditions ਐਂਡ ਟੁਡੇ ਆਈ ਐਮ ਹੇਅਰ। ਵੰਡਰਫੁਲ। ਸੋ ਸੁਪਨਾ ਦੇਖਣਾ ਤਾਂ ਬਹੁਤ ਸੌਖਾ ਹੁੰਦਾ ਪਰ ਸਾਕਾਰ ਕਰਨ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੀ। ਤੁਸੀਂ ਆਪਣੇ ਰਾਹ ਕਿਵੇਂ ਸੌਖੇ ਕੀਤੇ ਤੇ ਰਾਹ 'ਚ ਕੌਣ ਮਿਲਿਆ? ਸੌਖੇ ਹੋਏ ਨਹੀਂ ਮੇਰੇ ਰਾਹ ਕਦੀ ਜੀ। ਔਖੇ ਹੀ ਸੀ, ਔਖਿਆਂ 'ਤੇ ਹੀ ਤੁਰਿਆ ਐਂਡ ਮੈਨੂੰ ਲੱਗਦਾ ਜੋ ਵੀ ਅੱਜ ਦੀ ਡੇਟ 'ਚ ਕਾਮਯਾਬ ਹੈ ਉਹ ਔਖੇ ਰਾਹਾਂ 'ਤੇ ਹੀ ਤੁਰ ਰਿਹਾ ਅਤੇ ਕਾਮਯਾਬ ਹੈ। ਸੌਖੇ 'ਤੇ ਤੁਰ ਕੇ ਕੌਣ ਕਦੀ ਕਾਮਯਾਬ ਹੋਇਆ? ਕੀ ਚੈਲੰਜਸ ਰਹੇ? ਬਹੁਤ ਚੈਲੰਜਸ ਰਹੇ। ਸਭ ਤੋਂ ਵੱਡੇ ਚੈਲੰਜ ਹੁੰਦੇ ਤੁਹਾਡੇ ਖਾਣਾ ਅਤੇ ਤੁਹਾਡੀ ਨੀਂਦ, 2 ਚੀਜ਼ਾਂ ਛੱਡੀਆਂ ਹੀ ਨਹੀਂ ਜਾਂਦੀਆਂ, ਕੰਪਰੋਮਾਈਜ਼ ਕਰਨੀ ਪੈਂਦੀ ਹੈ, ਛੱਡਣੀਆਂ ਪੈਂਦੀਆਂ। ਹਾਂ, ਤਾਂ ਸਭ ਤੋਂ ਵੱਡਾ ਚੈਲੰਜ ਹੈ। ਡੇ ਟੂ ਡੇ ਲਾਈਫ ਤੋਂ ਸਟਾਰਟ ਹੋ ਜਾਂਦਾ ਹਰ ਕਿਸੇ ਦੀ ਲਾਈਫ ਦਾ। ਪਲੱਸ ਦੈਨ ਕਿੱਥੇ ਤੁਹਾਨੂੰ 2 ਤੁਹਾਡੇ ਰਿਲੇਟਿਵਸ ਕਹਿ ਦੇਣ ਵੀ ਤੁਸੀਂ ਵਧੀਆ ਨਹੀਂ ਕਰ ਰਹੇ ਤੇ ਯੂ ਫੀਲ ਲੋ। ਕਿੱਥੇ ਤੁਹਾਨੂੰ ਕਿੰਨੇ ਲੋਕ ਨੇ ਜੱਜ ਕਰਨ ਵਾਲੇ ਆਲ ਅਰਾਊਂਡ। ਨੋ ਡਾਊਟ ਅਸੀਂ ਸਟਾਰਟ ਕਰ ਦਿੱਤਾ ਕਰੀਅਰ ਇਨ ਅ ਯੰਗ ਏਜ। ਅਸੀਂ be it actor, be it a player, be it a doctor, be it any profession, we start in a young age but we are still young kids inside. So ਉਹ ਇੱਕ ਜਿਹੜਾ ਸਵਿਚ ਹੁੰਦਾ ਨਾ from your school or college zone to your professional zone, very professional, that's very delicate area. ਉਹ ਬਹੁਤ delicate ਹੈ that you get to know ਕਿ ਯਾਰ ਹੁਣ ਵੱਡੇ ਹੋ ਗਏ, ਹੁਣ people are judging us, ਹੁਣ ਗਲਤੀ ਨਹੀਂ ਕਰ ਸਕਦੇ। yes, there is no more scope ਕਿ ਤੁਹਾਨੂੰ ਫੈਮਿਲੀ ਵਕਨ ਕੋਈ ਆ ਕੇ ਸਮਝਾ ਜਾਏਗਾ। people will just say ਕਿ ਵਧੀਆ ਹੈ, ਮਾੜਾ ਹੈ, ਜਾਂ ਤੂੰ ਬਹੁਤ ਮਾੜਾ ਕੀਤਾ, ਜਾਂ ਤੂੰ ਇਹ ਕਰ ਸਕਦਾ ਸੀ, ਜਾਂ ਇਹ ਕਰ ਸਕਦੀ ਸੀ, ਜਾਂ this could have been better. ਸੋ ਜਦੋਂ ਸਕੋਪ ਖਤਮ ਹੋ ਜਾਂਦਾ ਨਾ then reality hits. So you get to know that hard life is begin. There's no mercy, there's no scope of forgiveness. ਕੋਈ ਤੁਹਾਨੂੰ ਦੂਸਰਾ ਚਾਂਸ ਨਹੀਂ ਮਿਲ ਰਿਹਾ ਐਂਡ ਹਰ ਸਟੈਪ ਫੂਕ ਕੇ ਮਿਹਨਤ ਕਰਕੇ you have to build yourself. It's a challenge. ਉਦੋਂ ਪਤਾ ਲੱਗਦਾ ਕਿ hard work and hard life begins. ਅੱਛਾ, ਮੈਨੂੰ ਪਰਸਨਲੀ ਲੱਗਦਾ ਹੈ ਕਿ ਬੀਇੰਗ ਅ ਵੂਮਨ ਬਹੁਤ ਮੁਸ਼ਕਿਲ ਹੁੰਦਾ ਹੈ ਕਿਸੇ ਵੀ ਇੰਡਸਟਰੀ 'ਚ ਐਸਟੈਬਲਿਸ਼ ਕਰਨਾ। ਥੋੜ੍ਹੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹਾ ਜ਼ਿਆਦਾ ਸਟਰਗਲ ਹੁੰਦਾ ਹੈ। ਪੰਜਾਬੀ ਇੰਡਸਟਰੀ ਦੀ ਜੇ ਗੱਲ ਕਰੀਏ ਤਾਂ ਕਿੰਨੀ ਕੁ ਐਕਸੈਪਟੈਂਸ ਹੈਗੀ ਹੈ ਫਰੈਸ਼ ਫੇਸਿਸ ਜਾਂ ਫਰੈਸ਼ ਟੈਲੈਂਟ ਨੂੰ ਲੈ ਕੇ? ਥੋੜ੍ਹੀ ਕੁ ਨਹੀਂ, ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਲਾਈਕ ਯੂ ਕੈਨ ਸੇ ਆਲਮੋਸਟ ਥਰਾਈਸ ਐਜ਼ ਹਾਰਡ ਐਜ਼ a person, because 2 ਘੰਟੇ ਪਹਿਲੇ ਤੁਸੀਂ ਆ ਕੇ you give your time to your costume ready ਹੋਣ ਨੂੰ, hair, makeup, everything, and then after that also you have to remove your makeup, you have to give a good skin care ਤਾਂ ਕਿ ਸਵੇਰੇ ਉੱਠ ਕੇ ਤੁਹਾਡੀ ਫੇਸ ਸਕਿਨ ਓਨੀ ਫਰੈਸ਼ ਲੱਗੇ and that's all good for. So I think it's twice the hard work. and then too ਸਾਰੇ ਦਿਨ ਜੇ ਤੁਸੀਂ ਮੇਕਅਪ 'ਚੋਂ ਤੁਸੀਂ ਤੁਹਾਡੇ hair ਵੀ ਹੋਏ ਐਂਡ ਸ਼ਾਰਟ 'ਚ even break ਹੈ, you cannot sleep ਬਿਕਾਜ਼ ਅੱਧੇ ਘੰਟੇ ਬਾਅਦ ਤੁਸੀਂ ਫਿਰ ਜਾਣਾ ਐਂਡ ਉਹ ਥੋੜ੍ਹੇ ਬਹੁਤ ਐਡਵਾਂਟੇਜਸ ਨੇ ਜੋ ਮੁੰਡਿਆਂ ਨੂੰ ਬਹੁਤ ਵਧੀਆ ਹੈ ਕਿ ਠੀਕ ਹੈ ਸੋ ਜਾਓ, ਉੱਠ ਕੇ ਥੋੜਾ ਸਾ ਵਾਲ ਠੀਕ ਕਰਾਂਗੇ, ਚਲੇ ਜਾਏਂਗੇ। ਦੇਖ ਕੇ ਬਹੁਤ ਲੱਗਦਾ ਨਾ ਗਲੈਮਰਸ ਲਾਈਫ ਹੈ। ਯੈਸ, ਸੋ ਫੈਸ਼ਨ ਐਂਡ ਗਲੈਮਰ ਇਜ਼ ਨੈਵਰ ਈਜ਼ੀ। ਜਿਹਨਾਂ ਨੂੰ ਲੱਗਦਾ ਵੀ ਕਿ ਕੋਈ ਸੋਹਣਾ ਲੱਗ ਰਿਹਾ ਐਵੇਂ ਹੀ ਲੱਗ ਗਿਆ, ਔਰ ਸੋਹਣਾ ਐਵੇਂ ਵੀ ਲੱਗ ਸਕਦਾ ਬਿਕਾਜ਼ ਬਿਊਟੀ ਇਜ਼ ਇਨ, I mean, personality, that's in your eyes, that's in your natural way. But well maintained hona is never easy. So oh, well maintained body and well maintained human, ਉਹਦੇ ਪਿੱਛੇ ਬਹੁਤ ਮਿਹਨਤ ਹੁੰਦੀ ਹੈ ਜੀ। ਰਹੀ ਗੱਲ ਐਕਸੈਪਟੈਂਸ ਦੀ, ਐਕਸੈਪਟੈਂਸ ਬਣਾਉਣੀ ਪੈਂਦੀ ਹੈ ਦੂਸਰਿਆਂ ਦੇ ਦਿਲਾਂ 'ਚ ਆਪਣੇ ਲਈ।
ਈਜ਼ੀ ਕੁਝ ਨਹੀਂ ਸੀ। ਯੈਸ, ਈਵਨ ਐਕਸੈਪਟੈਂਸ ਨੂੰ ਜੇ ਤੁਸੀਂ ਕਹੋ ਕਿ ਘਰੇ ਤੁਹਾਡੇ ਕੋਈ ਆ ਕੇ ਤੁਹਾਡਾ ਕਜ਼ਨ ਇੱਕਦਮ ਨਾਲ ਰਹਿਣਾ ਸ਼ੁਰੂ ਹੋ ਜਾਏ, ਚਾਹੇ ਤੁਸੀਂ ਸੇਮ ਡੇਟ ਦੇ ਬੋਰਨ ਹੋ, ਕੁਝ ਵੀ ਹੈ, ਬਟ ਇਟ ਟੇਕਸ ਟਾਈਮ ਟੂ ਬਲੈਂਡ ਇਨ। ਐਂਡ ਉਹ ਕੁਦਰਤ ਦਾ ਅਸੂਲ ਹੈ ਕਿ ਹਰ ਚੀਜ਼ ਨੂੰ ਟਾਈਮ ਲੱਗਦਾ, ਬਟ ਐਕਸੈਪਟੈਂਸ ਬਣ ਜਾਂਦੀ ਹੈ ਜੇ ਤੁਸੀਂ ਬਣਾਉਣ ਦੀ ਨੀਤ ਨਾ ਲਾਓ। ਮੈਂ ਇੰਡਸਟਰੀ ਤੋਂ ਕੋਈ ਵੀ ਆਉਂਦਾ ਹੈ ਸਵਾਲ ਜ਼ਰੂਰ ਪੁੱਛਦੀ ਹਾਂ, ਵਾਟ ਇਜ਼ ਯੋਰ ਟੇਕ ਔਨ ਰੋਲ ਆਫ ਵੂਮਨ ਇਨ ਪੰਜਾਬੀ ਇੰਡਸਟਰੀ ਅਬਾਊਟ ਬ੍ਰੇਕਿੰਗ ਦ ਸਟੀਰੀਓਟਾਈਪਸ? ਬ੍ਰੇਕਿੰਗ ਦ ਸਟੀਰੀਓਟਾਈਪਸ ਮੇਰੇ ਰੋਲਸ ਤੇ 2-3 ਸੀ ਜੋ ਮੈਂ ਆਪਣੇ ਐਥੀਕਲੀ ਸੈੱਟ ਕਰਕੇ ਆਈ ਸੀ। ਇੱਕ ਕਿ ਮੈਂ ਬਿਊਟੀ ਟਾਈਪ ਬਦਲੂੰਗੀ ਪੰਜਾਬੀ ਇੰਡਸਟਰੀ 'ਚ। ਇਟਸ ਨਾਟ ਆਲਵੇਜ਼ ਵਾਈਟ ਕਲਰ, ਇਟਸ ਨਾਟ ਆਲਵੇਜ਼ ਆਲ long hair, it's not always the beautiful eyes and stuff. ਮੈਨੂੰ ਸੀ ਵੀ ਮੈਂ ਚੀਜ਼ਾਂ ਬਦਲੂੰਗੀ, ਮੈਂ ਅੱਡ ਕਰੈਕਟਰ ਕਰੂੰਗੀ, ਮੈਂ ਬਿਊਟੀ ਦੀ ਪਰਸਨੈਲਿਟੀ ਪਹਿਲੇ ਆਪਣੇ ਸਿਨੇਮਾ ਦੇ ਥਰੂ ਲੋਕਾਂ ਦੇ ਮਾਈਂਡਸ 'ਚ ਬਦਲਣੀ ਸ਼ੁਰੂ ਕਰੂੰਗੀ। ਐਂਡ ਮੈਨੂੰ ਲੱਗਦਾ ਉਹ ਮੈਂ ਸ਼ੁਰੂਆਤੀ ਦੌਰ 'ਤੇ ਹੀ ਕਰਨੀ ਸ਼ੁਰੂ ਕਰਤੀ ਸੀ। ਮੈਂ ਸੁਪਨੇ ਤੇ ਫਰੈਕਲਸ ਲਿੱਤੇ ਆਪਣੇ ਮੂੰਹ 'ਤੇ, ਜਦ ਕਿ ਆਪਣੇ ਇੱਥੇ ਮੂੰਹ 'ਤੇ ਦਾਗ ਜਾਂ ਦਾਣੇ ਪਏ ਹੁਣ ਤੇ ਉਹਨੂੰ ਬੁਰਾ ਮੰਨਿਆ ਜਾਂਦਾ, ਵਿਚ ਇਜ਼ ਨੈਚੁਰਲ। ਉਹ ਧੁੱਪ ਨਾਲ ਹੋ ਜਾਂਦੇ ਆ, ਤੁਹਾਡਾ ਵੀ ਹੱਥ ਵਸ ਨਹੀਂ। ਕਿਆ ਫਾਇਦਾ ਉੱਤੇ ਫੇਅਰਨੈਸ ਕਰੀਮ ਲਗਾ ਲਗਾ ਕਿ ਕਿਉਂ ਹਾਈਡ ਕਰਨੇ? ਉਹ ਨੈਚੁਰਲੀ ਹੋਏ ਨੇ, ਇਹਦਾ ਮਤਲਬ ਉਹ ਕੁਦਰਤ 'ਚ ਵਸਦੇ ਨੇ। ਸੋ ਈਵਨ ਇਹ ਕਿਆ ਬਾਤ ਹੈ ਵਾਲਾ ਗਾਣਾ ਸੀ, ਦੇयर इज अ स्मॉल चंक दैट आई हैव पेंटेड माय फेस ऑफ। सब ने मैंने क्या भी ऐसा है एक्सेप्ट किसी ने करना नहीं भी, क्या मुंह पे ऐसे आंसू बनाए हैं, काले काले बनाए हैं तो बनाए हैं। ਤੁਹਾਨੂੰ ਕੀ ਪਤਾ ਵੀ ਸਾਡੇ ਮਤਲਬ ਸਾਡੀ ਕਿਹੜੇ ਟਾਈਮ ਦੀਆਂ ਕੁੜੀਆਂ ਕਿੱਥੇ ਕੰਮ ਕਰ ਰਹੀਆਂ, ਕਿਵੇਂ ਰਹਿ ਰਹੀਆਂ। ਜੋ ਚੀਜ਼ ਧਰਤੀ 'ਤੇ ਵੱਸਦੀ ਹੈ ਉਹ ਹਰ ਹਿਊਮਨ ਕਾਈਂਡ ਲਈ ਵੱਸ ਰਹੀ ਹੈ, ਹਰ ਕਲਚਰ ਲਈ ਵੱਸ ਰਹੀ ਹੈ, ਸਾਡੇ ਪੰਜਾਬੀਆਂ ਲਈ ਕਿਉਂ ਨਹੀਂ? ਉਹ ਚੀਜ਼ ਹੈ ਨਾ, ਹੈ ਤੇ ਕੋਈ ਤਾਂ ਪੋਰਟਰੇ ਕਰੇਗਾ। ਹੁਣ ਜੇ ਜੋ ਕੁੜੀਆਂ ਨਹੀਂ ਰਿਸਕ ਲੈ ਰਹੀਆਂ, ਉਹ ਨਹੀਂ ਲੈ ਰਹੀਆਂ, ਮੈਂ ਲੈ ਰਹੀ ਹਾਂ, ਮੈਂ ਲਊਂਗੀ। I did that and I am so happy and I am so thankful to all the Punjabi audience ਕਿ ਉਹਨਾਂ ਦੀ acceptance level ਮੈਂ ਫੀਲ ਕੀਤੀ ਹੈ। ਮੈਨੂੰ ਨਹੀਂ ਪਤਾ ਕਿਸੇ ਨੇ ਫੀਲ ਕੀਤੀ ਕਿ ਨਹੀਂ, ਬਟ ਮੈਂ ਫੀਲ ਕੀਤੀ ਵੀ ਉਹਨਾਂ ਨੇ ਮੈਨੂੰ ਹਰ ਰੂਪ 'ਚ ਐਕਸੈਪਟ ਕੀਤਾ। then came the long hair type, ਫਿਰ ਮੈਂ ਕਿਸਮਤ 2 'ਚ ਕਟਿੰਗ ਵਾਲੇ ਹੇਅਰ ਰੱਖੇ, they again accepted it। ਇਹਦਾ ਕੀ ਮਤਲਬ ਹੈ ਕਿ ਲੋਕੀ ਸਾਡੇ ਓਪਨ ਨੇ ਟੂ ਐਕਸੈਪਟ ਡਿਫਰੈਂਟ ਥਿੰਗਸ, ਬਟ ਉਹਨੂੰ ਪੋਰਟਰੇ ਕਰਨ ਵਾਲਾ ਕੋਈ ਨਹੀਂ। ਕੰਸਟਰਕਟਿਵ ਤਰੀਕੇ ਨਾਲ ਪੋਰਟਰੇ ਕਰਨਾ, ਯੈਸ, ਉਹਨੂੰ ਤਰੀਕੇ ਨਾਲ ਪੋਰਟਰੇ ਕਰੋ। ਉਹਦਾ ਕੀ ਮਤਲਬ ਹੈ ਵੀ ਤੁਹਾਡਾ ਕੈਰੈਕਟਰ ਇੰਪੈਕਟ ਪਾਉਂਦਾ, ਨਾ ਕਿ ਤੁਹਾਡੀਆਂ ਲੁੱਕਸ। ਬਿਲਕੁਲ, ਜੇ ਤੁਹਾਡਾ ਰੰਗ ਰੂਪ 19 ਕੀ ਹੈ ਉਹ ਕੁਦਰਤ ਵੱਲੋਂ ਹੈ, ਉਹ ਰੱਬ ਦੀ ਦੇਣ ਹੈ, ਬਟ ਜੇ ਤੁਸੀਂ ਅੰਦਰੋਂ ਇੰਨੇ ਵਧੀਆ ਹੋ ਉਹ ਵੀ ਸੋਹਣਾ ਲੱਗੇਗਾ। ਜੇ ਤੁਸੀਂ ਬਾਹਰੋਂ ਬਹੁਤ ਸੋਹਣੇ ਹੋ, ਅੰਦਰੋਂ ਤੁਹਾਡੀ ਵਾਈ ਵੀ ਕਨਿੰਗ ਹੈ, ਤੇ ਉਹ ਨਹੀਂ ਸੋਹਣਾ ਲੱਗੇਗਾ ਨਾ। ਸੋ ਦਿਸ ਇਜ਼ ਵਾਟ ਆਈ ਵਾਂਟ ਟੂ, these 3 things I want to portray, that vibe and humankind is what matters through cinema. I'm choosing I mean ਤੁਹਾਡੇ ਸਾਹਮਣੇ ਹੈ, ਮੈਂ ਬਹੁਤ ਜ਼ਿਆਦਾ ਫਿਲਮਾਂ ਨਹੀਂ ਕਰ ਰਹੀ, ਮੈਂ limited films ਕਰ ਰਹੀ ਹਾਂ। there's a reason that I want to give either good message or do something which could be remembered, ਜਿਹੜਾ ਯਾਦ ਰਹਿ ਜੇ। And this is how, being a woman, I am playing my part in Punjabi cinema, also holding hands of other women and bringing them into light। Maybe or makeup ho, no hair ho, or other actresses ho, I'm always standing by। That's how I am playing my part in Punjabi industry and in my karma also। Bravo। So it is all about the vibes and character। Yes। ਤੁਸੀਂ ਸੁਫਨਾ ਮੂਵੀ ਦੀ ਗੱਲ ਕੀਤੀ ਹੈ। ਸੁਫਨਾ ਮੂਵੀ ਦੇ ਵਿੱਚ ਬੇਸ਼ੱਕ ਬਹੁਤ ਇੰਪੋਰਟੈਂਟ ਸੀਗਾ ਪ੍ਰੋਟੈਗਨਿਸਟ ਰੋਲ ਪਲੇ ਕਰਨਾ, ਤੇ ਬਹੁਤ ਔਖਾ ਵੀ ਸੀਗਾ ਆਲਰੇਡੀ ਐਸਟੈਬਲਿਸ਼ਡ ਪਰਸਨੈਲਿਟੀ ਐਵੇਂ ਵਿਰਕ ਦੇ ਅੱਗੇ ਪ੍ਰੋਟੈਗਨਿਸਟ ਦਾ ਰੋਲ। ਬਿਹੇਵੀਅਰਲ ਚੇਂਜਸ ਨੋਟਿਸ ਕੀਤੇ ਉਸ ਤੋਂ ਬਾਅਦ, ਕੁਝ ਉਸ ਮੂਵੀ ਤੋਂ ਬਾਅਦ ਕਿਤੇ ਲੋਕਾਂ ਦੇ ਆਸ-ਪਾਸ ਤੇ ਇੰਡਸਟਰੀ ਦੇ ਵਿੱਚ? I will not take it, I will not answer it that seriously, but the positive thing that I notice is ਜੇ ਤੁਸੀਂ ਵਧੀਆ ਕੰਮ ਕਰਨੇ ਹੋ ਤੁਹਾਨੂੰ ਸਲਾਹਿਆ ਜਾਂਦਾ ਹੈ। ਐਂਡ ਆਈ ਥਿੰਕ ਦੈਟਸ ਅ ਵੰਡਰਫੁਲ ਥਿੰਗ ਫॉर ਐਨੀ ਆਫ ਦੀ ਆਰਟਿਸਟ। ਜਿਹਨੇ ਮਿਹਨਤ ਲਾ ਕੇ ਕੰਮ ਕੀਤਾ ਉਹਨੂੰ ਅੱਗੋਂ ਐਪਰੀਸੀਏਸ਼ਨ ਮਿਲੀ, ਹੋਰ ਕੀ ਚਾਹੀਦਾ? ਸੋ ਤੁਸੀਂ ਖੁਸ਼ ਹੋ ਉਸ ਐਪਰੀਸੀਏਸ਼ਨ? ਮੈਂ ਖੁਸ਼ ਹਾਂ, ਯੈਸ, ਆਈ ਹੈਵ ਵਰਕਡ ਹਾਰਡ ਐਂਡ ਮੈਨੂੰ ਉਸ ਮੇਰੇ ਹਾਰਡ ਵਰਕ ਦੀ ਅੱਗੋਂ ਪੇ ਬੈਕ ਮਿਲੀ, ਲੋਕਾਂ ਨੇ ਤਾਰੀਫ ਕੀਤੀ। ਐਂਡ ਬੀਇੰਗ ਐਨ ਆਰਟਿਸਟ ਇਹੋ ਚੀਜ਼ ਚਾਹੀਦੀ ਹੁੰਦੀ ਹੈ, ਦਿਸ ਇਜ਼ ਵਾਟ ਮੈਟਰਸ। ਐਬਸੋਲੂਟਲੀ। ਸੋ ਤੁਸੀਂ ਦੱਸਿਆ ਕਿ ਤੁਸੀਂ ਕਲਾਸੀਕਲ ਡਾਂਸਰ ਰਹੇ ਹੋ। ਜੇ ਮਾਡਲ ਨਹੀਂ ਹੁੰਦੇ, ਜੇ ਐਕਟਰੈਸ ਨਹੀਂ ਹੁੰਦੇ, ਤਾਂ ਕਿਹੜੀ ਇਹੋ ਜਿਹੀ ਚੀਜ਼ ਹੈ ਜੋ ਕਰਨਾ ਚਾਹੁੰਦੇ ਸੀ? I think to be honest, मैं pizza store ਦੀ franchises ਲਿੱਤੀਆਂ ਹੋਣੀਆਂ ਸੀ। ਅੱਛਾ। Because yes, I love pizzas and I am very keen to see ਕਿ ਮੇਰਾ pizza cook ਹੈ, base ਕੱਚਾ ਤੇ ਨਹੀਂ, thin crust ਹੈ, gluten ਵਾਲਾ, gluten free ਹੈ, what are the toppings, well done ਹੈ ਜਾਂ half cooked ਹੈ, cheese ਹੈ।
with pizza I am very specific. I don't know. Foodie तो चलो it's a Pizzaholic. Pizzaholic exactly. I am very specific and you know ਹੁਣ ਤਾਂ ਮੈਂ ਥੋੜੀ ਕੁ ਸਮਝਦਾਰ ਹੋ ਗਈ ਹਾਂ. There was a time ਜੇ ਮੇਰਾ pizza ਕੱਚਾ ਹੁੰਦਾ ਸੀ ਔਰ ਜੇ ਮੈਂ ਉਹਨੂੰ ਕਿਹਾ ਕਿ ਮੈਨੂੰ well done ਕਰ ਦਿਓ, I mean ਥੋੜਾ extra ਇਹਨੂੰ crunchy ਕਰ ਦਿਓ, it's not, ਮੈਂ ਰੋ ਤੱਕ ਪੈਂਦੀ ਸੀ ਵੀ ਕਿਆ pizza ਬਣਾਇਆ ਇਹਨੂੰ, ਨਹੀਂ ਅੱਛਾ ਨਹੀਂ ਹੈ, ਇਹ ਅੱਛਾ ਨਹੀਂ ਹੈ, slice ਖਾਣੇ ਲੱਗਨੇ. I am that crazy about that. So I think if ਜੇ ਮੈਂ ਨਹੀਂ ਹੁੰਦੀ ਇੰਡਸਟਰੀ 'ਚ, ਵੈਸੇ ਤੇ ਹੋਲ ਹਾਰਟedly ਮੇਰਾ ਮਨ ਇੰਡਸਟਰੀ 'ਚ ਆਉਂਦਾ ਸੀ, ਅਦਰ ਦੈਨ ਮੇਰੀ ਪਿੱਜ਼ਾ ਦੀਆਂ ਚੇਨਸ ਹੋਣੀਆਂ ਸੀ. ਕਾਫੀ ਹਿੱਟ ਸੌਂਗਸ ਦਿੱਤੇ ਤੁਸੀਂ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਐਜ਼ ਅ ਮਾਡਲ. ਤੁਸੀਂ ਕਿੱਦਾਂ ਦਾ 뮤직 ਪਸੰਦ ਕਰਦੇ ਹੋ? ਮੈਂ ਸੂਫੀਆਨਾ ਟਾਈਪ ਜਿਹਾ 뮤직 ਪਸੰਦ ਕਰਦੀ ਹਾਂ ਐਂਡ ਟੂ ਬੀ ਵੈਰੀ ਸਪੈਸੀਫਿਕ ਸਤਿੰਦਰ ਸਰਤਾਜ ਟਾਈਪ 뮤직. ਸੋ ਮੈਨੂੰ ਉਹ ਜਿਹਾ 뮤직 ਪਸੰਦ ਹੈ ਦੈਟ ਕੀਪਸ ਮਾਈ ਮਾਈਂਡ ਕਾਮ ਐਂਡ ਮੈਨੂੰ ਪਿਆਰ ਚ ਡੁਬੋ ਕੇ ਰੱਖੇ. ਉਹ 뮤직 ਉਹ ਜਿਹਾ ਜਿਹੜਾ ਸ਼ਾਂਤ ਰੱਖੇ, ਜਿਹੜਾ ਮੈਨੂੰ ਹਾਈਪਰ ਨਹੀਂ ਕਰੇ, ਬਿਕਾਜ਼ ਦੇयर ਇਜ਼ ਆਲਰੇਡੀ ਸੋ ਮਚ ਸਟ੍ਰੈਸ ਗੋਇੰਗ ਅਰਾਊਂਡ. ਸੋ ਉਹ ਜਿਹਾ 뮤직 ਆਈ ਲਾਈਕ. Who is your favorite co-actor and co-actress? Oh, co-actress, I would say I have worked with Sonam and I have literally enjoyed working in Guddiya Patole. So I would say that. And co-actor is a hard choice because that I would give a skip. Because everybody is good to work with. I cannot say that this one is favorite. हाँ मैं सोनम भी तां क्या because मैं सब तो ज़्यादा scheduled days ਉਹਨਾਂ ਨਾਲ spend ਕੀਤੇ. That's how I know her. Women empowerment ਦੀ ਕਾਫੀ ਗੱਲ ਹੁੰਦੀ ਹੈ ਇੰਡਸਟਰੀ ਦੇ ਵਿੱਚ ਵੀ ਤੇ ਆਮ ਦੁਨੀਆ ਦੇ ਵਿੱਚ. ਤੁਹਾਡਾ ਟੇਕ ਕੀ ਹੈ ਵੂਮਨ empowerment ਨੂੰ ਲੈ ਕੇ ਸਰਲ ਸ਼ਬਦਾਂ ਦੇ ਵਿੱਚ? ਸਰਲ ਸ਼ਬਦਾਂ 'ਚ ਇਹ ਵੀ ਅੱਗੇ ਲੰਘਣਾ ਨੀਗਾ ਸੀ. ਹਾਂ, ਜੋ equality means equality. Equality means equality. I don't want to go like 110%, but I want to stand at 100 along with and me and everybody. So women empowerment is something अपने कर्म करो and ਵਧੀਆ ਤਰੀਕੇ ਨਾਲ ਕਰੀ ਚਲੋ. ਹਰ ਕਿਸੇ ਨੂੰ extra efforts ਲੱਗਦੇ. ਮੈਂ ਨਹੀਂ ਕਹਿੰਦੇ ਸਿਰਫ women ਨੂੰ, from to man also ਕਿ ਜਿਹੜੇ ਜਿਨ੍ਹਾਂ ਕੋਲ ਨਹੀਂ ਇੰਨੇ privileges ਹੈਗੇ, ਜੋ ਨਹੀਂ ਉਹਨਾਂ ਕੋਲ opportunities ਨੇ, ਉਹਨਾਂ ਨੂੰ ਵੀ ਉਨੇ ਹੀ efforts ਲੱਗ ਰਹੇ to follow and to step along with the normal society man. So it's just like कि empowerment च लड़न जाओगे तो कुछ नहीं बनेगा. मेहनत करके अपना काम प्रूव कर दोगे तो बहुत कुछ बन जाएगा. So there's no fun of fighting, there's no fun of dragging this scenario women empowerment. अपना काम करो, काम इन्ना वधिया करो कि काम इन्ना बोले that you already become powerful. So are women really empowered in Punjab and in Punjabi industry? They are becoming empowered. Is there any doubt? See Neeru Bajwa ma'am. See where Sonam is. See where Sargun is. See how I am coming in front. See how other women are coming. There's Purani film industry the which we. Yes, I mean, can the load nahi ki if industry is changing, if time is changing, of course the status of women are also changing. So they are empowered. How can we say they are not? They are. Neeru ma'am sab to vaddi example nahi women empowerment in our industry if we talk about. So they are into production. Oh apne she is working as a producer too, and she's a mother and she's manipulating wonderfully. So of course how can we say that we are not empowered? Yes, we are. So I am personally so thankful, and I think whole of the everybody is so thankful to her that she is paving a path to all of us. वो एक रास्ता दे रहे सानू कि वो खोद के बना रहे and we will be able to walk on it. So yes, of course, and worldwide women are becoming because education वध रही है ना. So काम वध रहे, opportunities वध रही हैं. So वो चीज़ वध रही है, of course. Any future plans for Bollywood? See, I am an actor. I will work जिथे भी मैनू काम करन दा मौका मिलेगा, जिथे वधिया काम करन दा मौका मिलेगा. ਇੱਥੇ ਵਧੀਆ ਮਿਲ ਰਿਹਾ ਮੈਂ ਇੱਥੇ ਕਰੂੰਗੀ. Yes, I'm working hard for Bollywood too. ਹੈਗੀਆਂ ਨੇ ਕਾਫੀ options ਨੇ, but I am little choosy picky in that ਕਿ ਇੱਕ ਤਰੀਕੇ ਨਾਲ ਕਰਾਂਗੇ. There's no rush. So yes, ਮਹਾਰਾਜ ਵੱਲੋਂ ਜਦੋਂ ਵੀ ਹੋਇਆ I will be so happy to share with you all. So any dream role or any dream subject ਵੀ ਇਹਦੇ ਤੇ ਮੈਂ ਕੰਮ ਕਰਨਾ ਹੈ, ਕੋਈ script ਲੈ ਕੇ ਆਇਆ? Subject ਹਾਂ ਹੈ. Undoubtedly I want to work with Sanjay Leela Bhansali sir. ਐਂਡ ਉਹਨਾਂ ਦੀ ਡ੍ਰੀਮ ਸਕ੍ਰਿਪਟ ਤੁਹਾਨੂੰ ਪਤਾ ਕਿਵੇਂ ਦੀ ਹੋਏਗੀ ਜੀ, ਐਂਡ ਉਹ ਡ੍ਰੀਮ ਰੋਲ ਵੀ ਤੁਹਾਨੂੰ ਪਤਾ ਕਿਵੇਂ ਦਾ ਹੋਏਗਾ ਜੀ. ਸੋ ਆਈ ਵਾਂਟ ਟੂ ਵਰਕ ਵਿਦ ਹਿਮ ਐਨੀ ਹਾਊ ਐਂਡ ਆਈ ਐਮ ਵਰਕਿੰਗ ਸੋ ਹਾਰਡ. I mean, may God bless me and I'll be lucky enough in my lifespan to work with him because मैं ना ਇਹ ਸੁਣਿਆ ਸੀ ਛੋਟੇ ਹੁੰਦੇ in interviews ਕਿ ਇੰਡਸਟਰੀ 'ਚ ਬਾਲੀਵੁੱਡ 'ਚ ਕਹਿੰਦੇ ਸੀ ਵੀ ਜਿਹੜੀ ਹੀਰੋਇਨ ਯਸ਼
ਚੋਪੜਾ ਦੀ ਫਿਲਮ 'ਚ ਕੰਮ ਨਹੀਂ ਕਰਦੀ ਉਹ ਹੀਰੋਇਨ ਨਹੀਂ ਹੁੰਦੀ ਸੋ ਆਈ ਵਾਂਟਡ ਟੂ ਬੀ ਯਸ਼ ਚੋਪੜਾ's ਹੀਰੋਇਨ ਕਿ ਮੈਨੂੰ ਲੱਗਦਾ ਸੀ ਵੀ ਜਿਹਨੇ ਯਸ਼ ਚੋਪੜਾ ਨਾਲ ਕੰਮ ਨਹੀਂ ਕੀਤਾ ਉਹਨੂੰ ਹੀਰੋਇਨ ਨਹੀਂ ਕਾਉਂਟ ਹਾਂ ਐਂਡ ਦੈਨ ਆਲ ਆਫ ਸਡਨ ਹੀ ਡਾਈਡ ਆਊਟ ਆਫ ਡੇਂਗੂ ਐਂਡ ਮੈਨੂੰ 2 ਦਿਨ ਘਰੇ ਪੰਗਾ ਹੀ ਪਿਆ ਰਿਹਾ ਸੋ ਮਾਈ ਮਮ ਵਾਸ ਲਾਈਕ ਤੈਨੂੰ ਕੀ ਹੋ ਗਿਆ ਐਂਡ ਵਾਟ ਸ਼ੈਲ ਆਈ ਟੈਲ ਹਰ ਕਿ ਯਸ਼ ਚੋਪੜਾ ਮਰ ਗਿਆ ਐਂਡ then that suddenly thing came out and I was crying ki mummy eh gal ho gayi and I would not be able to work in Yash Raj films because this dreams hi khatam ho gaye but then I was quite young at that time fir holi jaake ye cheez samajh aayi ki this is part of life birth and death is gonna happen jo hona hai wo hoke hi rehna that's all written but yes I would love and I think I pray I will work for Sanjay Leela Bhansali sir. Best wishes to you. Thank you. अपने future project बारे दस्यो. Future project जी 1 April ਨੂੰ ਆ ਰਹੀ ਹੈ Lake in theaters worldwide. It is releasing. That's just 10 days left. And 9 days I think it's 21st. जी. And then Baje da Sitta आ रही है. That's coming nearby July. And there's one more film which is untitled yet. But to October ਦੇ nearby release ਹੋ ਜਾਏਗੀ. So these are all अलग-अलग फिल्मां ने लेख बिल्कुल अलग जॉनर दी फिल्म है जुलाई वाली बाजे दा सिट्टा बिल्कुल अलग जॉनर है एंड अक्टूबर वाली जिहड़ी रिलीज़ है वो सिमरजीत सर डायरेक्टर ने उहदे वो बिल्कुल ही अलग कमर्शियली फैमिली फिल्म है सो आई एम ट्राइंग कि मैं सारे जॉनर्स टच करा एंड टू एंटरटेन माई ऑडियंस एज मच एज आई कैन सो आखिरी सवाल won't take much of your time we know you're very much engrossed कोई मैसेज साडे यूथ लई टू यूथ I would request you to work honestly and work hard. Time matter नहीं करता भी मैं 12 घंटे काम किया 6 घंटे च उन्नी डेडिकेशन नाल कर लो बट वो डेडिकेशन होनी चाहिए एंड बी वेरी क्लीयर अजकल मैंने पता सोशल मीडिया दे टाइम करके मैं किसी नूं की कहना मैं अपना भी पिछे नोटिस किया सी कि फोकस इज़ जस्ट गॉन कि हर 10 सेकेंड्स च साडे एक रील स्वाइप करन वकन साडा थॉट बदल रहा है कि ए करदे नहीं रील स्वाइप नहीं ए नहीं करना लाइफ च ए करांगे नहीं ए नहीं करना ए करांगे सो बी क्लीयर जो चंगा लगदा है ओदा पल्ला फड़ लो एंड ओनू करो बिकॉज अज दे टाइम च हर चीज़ थोनू पैसा बना के दे रही है पैसा बन ही जाएगा बट वो चीज़ थोनू खुशी देगी ना तो तुसी थकोगे नहीं तो जेड़ा काम करदे हो तुसी थकोगे नहीं ना वो थोनू कितना पैसा बना के देगी सो सर्च कि थोनू केड़ी चीज़ खुशी दे रही है जिहड़ी चीज़ करन च तुसी थक नहीं रहे तो तुसी सोचो जो कंटिन्यूसली करते रहोगे पैसे भी बनते रहेंगे तुसी इंजॉय भी करते रहोगे सो फोकस ऑन वॉट यू वॉन्ट एंड फोकस ऑन योर एजुकेशन बहुत ज़रूरी है लगता है कि करते फोर्स करते हैं उन्होंने कोई ज़रूरत नहीं है अपनी कमाई का इन्ना हार्ड अर्निंग्स थोड़े ते या साडे ते मेरे ते भी मेरे घरदियां नूं लोड़ नहीं सी वेस्ट करन दी जे सानूं बोझ ही लगना है वो बहुत इंपॉर्टेंट पार्ट है लाइफ का तां ही पेरेंट्स कमा के साडे उत्ते लगा रहे ने न्यू जोड़ के अपने पार्लर्स ते भी अपनी सर्विसेज ते भी खर्च सकते हैं सो थिंक ऑफ द इंपॉर्टेंस ऑफ द थिंग्स जो बनिया ने एंड जे थोड़ा क आई डोंट से लाइक सीरियस होके लाइफ स्वाहा कर दो आई डोंट वांट यू टू डू दैट बट थोड़ा क जिहा कंसनट्रेशन लेवल जिस भी टाइम ते तुसी हो वधा दोगे ना तो थोड़ी कमिंग लाइफ विल बी सॉर्टेड वंडरफुल हैविंग यू बहुत अच्छा लग्या तुहाडे नाल गलबात करके होपफुली दोबारा मिलांगे ते काफ़ी मुद्दों ते गल करांगे श्योर थैंक यू सो मच सो ये सी जी साडी अज दी खास मुलाकात ताना जी दे नाल अगली बार फिर हाजिर होवांगे नवे चेहरे दे नाल उदे तक जुड़े रहो साडे चैनल दे नाल सत श्री अकाल।